ਹੈਲੋ ਸਟੂਡੈਂਟਸ, ਹਾਊ ਆਰ ਯੂ। ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਸਾਨੂੰ ਕਿਹਾ ਜਾਂਦਾ ਸੀ ਕਿ ਪੜ੍ਹ ਲਓ, ਲਿਖ ਲਓ ਤੇ ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋ ਜਾਓਗੇ। ਤੇ ਅਸੀਂ ਕਹਿੰਦੇ ਹੁੰਦੇ ਸੀ ਪੈਰਾਂ 'ਤੇ ਤਾਂ ਖੜੇ ਹੋਏ ਆ, ਹੋਰ ਕੀ ਹੁੰਦਾ ਮਤਲਬ ਪੈਰਾਂ 'ਤੇ ਖੜੇ ਹੋਣ ਦਾ। ਤੇ ਉਹ ਸਾਨੂੰ ਦੱਸਦੇ ਹੁੰਦੇ ਸੀ ਕਿ ਆਪਣੇ ਪੈਰਾਂ 'ਤੇ ਖੜੇ ਹੋਣ ਦਾ ਮਤਲਬ ਹੈ ਤੁਸੀਂ ਆਪਣੇ ਕਾਬਲ ਹੋ ਜਾਣਾ। ਕੋਈ ਵੀ ਕੰਮ ਤੁਸੀਂ ਆਪਣੇ ਦਮ 'ਤੇ ਕਰਨਾ, ਜਿਹਦੇ ਵਿੱਚ ਤੁਸੀਂ ਆਪਣਾ ਦਿਮਾਗ ਲਗਾਉਣਾ, ਆਪਣੀ ਊਰਜਾ ਲਗਾਉਣਾ, ਠੀਕ ਹੈ, ਉਹਨੂੰ ਕਹਿੰਦੇ ਨੇ ਆਪਣੇ ਪੈਰਾਂ 'ਤੇ ਖੜੇ ਹੋਣਾ। ਸੋ ਅੱਜ ਮੈਨੂੰ ਤੁਹਾਡੇ ਲਈ ਇਹੀ ਫੀਲ ਹੁੰਦਾ ਕਿ ਜਦੋਂ ਤੁਸੀਂ ਸਕੂਲ ਦੀ ਅਣਹੋਂਦ, ਟੀਚਰਸ ਦੀ ਅਣਹੋਂਦ ਵਿੱਚ ਵੀ ਆਪਣੇ ਪੈਰਾਂ 'ਤੇ ਖੜੇ ਹੋਏ ਹੋ ਪੜ੍ਹਾਈ ਦੇ ਵਿੱਚ, ਸੋ ਦੇਖ ਕੇ ਅੱਛਾ ਲੱਗਦਾ। ਤੇ ਉਮੀਦ ਹੈ ਕਿ ਤੁਸੀਂ ਖੂਬ ਮਿਹਨਤ ਕਰ ਰਹੇ ਹੋਵੋਗੇ ਤੇ ਇਹ ਵੀਡੀਓਜ਼ ਵੀ ਤੁਹਾਨੂੰ ਕੁਝ ਨਾ ਕੁਝ ਹੈਲਪ ਜ਼ਰੂਰ ਕਰਦੀਆਂ ਹੋਣਗੀਆਂ। ਕਮੈਂਟ ਬਾਕਸ ਵਿੱਚ ਜੇ ਕਰ ਸਕੋ ਤਾਂ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਨਾ। ਪਰ ਇੱਥੇ ਮੈਂ ਨਾਲ ਕੁਝ ਗੱਲਾਂ ਜੋੜਨੀਆਂ ਵੀ ਚਾਹੁੰਦਾ ਹਾਂ। ਅੱਜ ਕੱਲ੍ਹ ਇੱਕ ਨੈਗੇਟਿਵ ਟ੍ਰੈਂਡ ਇਹ ਚੱਲ ਰਿਹਾ ਕਿ ਬੱਚੇ ਬਹੁਤ ਜ਼ਿਆਦਾ ਮੋਬਾਈਲ ਤੇ ਆਨਲਾਈਨ ਕਲਾਸਿਸ ਲਗਾਉਣ ਕਰਕੇ ਵੀ ਉਹਨਾਂ ਦੀਆਂ ਆਈਜ਼ ਤੇ ਬਰਡਨ ਪੈਂਦਾ। ਪਰ ਇਸ ਦੇ ਨਾਲ ਮੈਂ ਇੱਕ ਗੱਲ ਹੋਰ ਵੀ ਜੋੜਨਾ ਚਾਹਾਂਗਾ ਕਿ ਬਹੁਤ ਜ਼ਿਆਦਾ ਵੀ ਮੋਬਾਈਲ ਨੂੰ ਲੈ ਕੇ ਲਗਾਤਾਰ ਉਹਦੇ ਵੱਲ ਦੇਖੀ ਜਾਣਾ, ਠੀਕ, ਕਿਉਂਕਿ ਉਹਦੀਆਂ ਲਾਈਟਸ ਕਾਫੀ ਅੱਖਾਂ ਤੇ ਪੈਂਦੀਆਂ ਨੇ, ਉਹਦੇ ਨਾਲ ਅੱਖਾਂ ਦੀ ਰੋਸ਼ਨੀ ਤੇ ਮਾੜਾ ਪ੍ਰਭਾਵ ਪੈਂਦਾ ਹੈ, ਠੀਕ। ਸੋ ਮੈਂ ਆਪਣੀ ਵੀਡੀਓਜ਼ ਵਿੱਚ ਘੱਟੋ ਘੱਟ ਧਿਆਨ ਰੱਖਦਾ ਇਸ ਦੀ ਜੋ ਬੈਕ ਸਕਰੀਨ ਉਹਨੂੰ ਬਲੈਕ ਕਰਤਾ ਜਾਵੇ ਤਾਂ ਕਿ ਤੁਹਾਡੀਆਂ ਅੱਖਾਂ ਤੇ ਸਟ੍ਰੇਨ ਨਾ ਪਵੇ, ਓਕੇ। ਤੇ ਦੂਸਰੀ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕੋਈ ਵੀ ਵੀਡੀਓ ਜ਼ਿਆਦਾ ਵੱਡੀ ਨਾ ਬਣਾਈ ਜਾਵੇ, ਛੋਟੇ ਟਾਈਮ ਸਪੈਨ ਦੀ ਬਣਾਈ ਜਾਵੇ ਤਾਂ ਕਿ ਤੁਹਾਡੀਆਂ ਅੱਖਾਂ ਨਾ ਥੱਕਣ ਤੇ ਥੋੜੇ ਟਾਈਮ ਵਿੱਚ ਹੀ ਤੁਹਾਨੂੰ ਲੱਗੇ ਕਿ ਹਾਂ ਮੈਂ 10 ਮਿੰਟ ਦੀ ਵੀਡੀਓ ਦੇਖੀ ਤੇ 10 ਮਿੰਟ ਦੇ ਵਿੱਚ ਮੈਨੂੰ ਆ 2 ਜਾਂ 3 ਕੁਐਸਚਨਸ ਦੇ ਜਵਾਬ ਮਿਲ ਗਏ, ਓਕੇ। ਸੋ 10-10 ਮਿੰਟ ਵੀ ਆਪਾਂ ਜੇ ਇਸ ਤਰ੍ਹਾਂ ਸਟੱਡੀ ਕਰਦੇ ਰਹੀਏ ਤੇ ਥੋੜੇ ਟਾਈਮ ਬਾਅਦ ਕਰਦੇ ਰਹੀਏ ਤੇ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਜ਼ਿਆਦਾ ਪੜ੍ਹਨ ਦੀ ਲੋੜ ਹੈ। ਕਈ ਵਾਰ ਸਾਡੇ ਦਿਮਾਗ ਵਿੱਚ ਹੁੰਦਾ ਕਿ ਮੈਂ ਜੀ 2 ਘੰਟੇ ਪੜ੍ਹਦਾ, ਮੈਂ ਜੀ 3 ਘੰਟੇ ਪੜ੍ਹਦਾ ਤੇ ਉਹ ਜ਼ਿਆਦਾ ਬੈਨੀਫੀਸ਼ੀਅਲ ਹੈ। ਮੇਰੇ ਅਨੁਸਾਰ ਪੜ੍ਹਾਈ ਦਾ ਜਾਂ ਕਿਸੇ ਵੀ ਕੰਮ ਦਾ ਸੰਬੰਧ ਟਾਈਮ ਦੇ ਨਾਲ ਘੱਟ ਤੇ ਕੁਆਲਿਟੀ ਟਾਈਮ ਦੇ ਨਾਲ ਜ਼ਿਆਦਾ ਹੈ, ਓਕੇ। ਤੁਸੀਂ ਜਿਹੜਾ ਟਾਈਮ ਦੇ ਰਹੇ ਹੋ ਕਿੰਨਾ ਕੁਆਲਿਟੀ ਵਾਲਾ, ਮਤਲਬ ਕਿ ਕਿੰਨੀਆਂ ਗਿਆਨ ਇੰਦਰੀਆਂ ਉਸ ਕੰਮ ਨੂੰ ਸਿੱਖਣ 'ਚ ਤੁਸੀਂ ਇਨਵੋਲਵ ਕੀਤੀਆਂ ਹੋਈਆਂ ਨੇ ਤੇ ਉਹਦੇ ਨਾਲ ਤੁਹਾਡੀ ਲਰਨਿੰਗ ਜ਼ਿਆਦਾ ਹੁੰਦੀ ਹੈ। ਮੰਨ ਲਓ ਤੁਸੀਂ ਸਿਰਫ ਤੇ ਸਿਰਫ ਸੁਣ ਰਹੇ ਹੋ, ਕਿਹੜੀ ਗਿਆਨ ਇੰਦਰੀ ਇਨਵੋਲਵ ਹੋ ਗਈ? ਕੰਨ, ਠੀਕ ਹੈ, ਆ ਜਾਏਗਾ ਕੁਛ ਨਾ ਕੁਛ। ਹੁਣ ਸੁਣਨ ਦੇ ਨਾਲ ਤੁਸੀਂ ਸਕਰੀਨ ਤੇ ਪੜ੍ਹ ਵੀ ਰਹੇ ਹੋ ਕੀ ਲਿਖਿਆ, ਕਿੰਨੀਆਂ ਗਿਆਨ ਇੰਦਰੀਆਂ ਇਨਵੋਲਵ ਹੋ ਗਈਆਂ? 2, ਅੱਖਾਂ ਵੀ ਤੇ ਕੰਨ ਵੀ, ਤੇ ਨਾਲ ਪੈਨ ਦੇ ਨਾਲ ਆਪਣੇ ਕੁਐਸਚਨ ਆਨਸਰ ਵੀ ਲਿਖ ਰਹੇ ਹੋ। ਤੀਜੀ ਗਿਆਨ ਇੰਦਰੀ ਸਕਿਨ, ਉਹ ਵੀ ਇਨਵੋਲਵ ਹੋ ਗਈ। ਸੋ ਇੱਦਾਂ ਤੁਸੀਂ ਮੈਕਸਿਮਮ ਗਿਆਨ ਇੰਦਰੀਆਂ ਜਿੰਨੀਆਂ ਇਨਵੋਲਵ ਕਰਦੇ ਜਾਓਗੇ ਤੇ ਤੁਹਾਡੀ ਲਰਨਿੰਗ ਉਨੀ ਅੱਛੀ ਹੁੰਦੀ ਜਾਏਗੀ, ਓਕੇ। ਸੋ ਅੱਜ ਦਾ ਟੌਪਿਕ ਸ਼ੁਰੂ ਕਰੀਏ। ਅੱਜ ਦਾ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਵਾਲ, ਉਹ ਸਵਾਲ ਹੈ ਕਿ ਇੰਡੀਆ ਕੀ ਹੈ? ਇੰਡੀਆ ਇੱਕ ਨੇਸ਼ਨ ਹੈ, ਇੰਡੀਆ ਇੱਕ ਕੰਟਰੀ ਹੈ, ਓਕੇ। ਕਿੰਨੀਆਂ ਹੀ ਕੰਟਰੀਜ਼ ਹੈ ਦੁਨੀਆ ਵਿੱਚ ਤੇ ਤੁਹਾਨੂੰ ਪਤਾ ਹੈ ਕਿਸੇ ਵੀ ਕੰਟਰੀ ਨੂੰ ਕੰਟਰੀ ਕਹਿਲਾਉਣ ਲਈ ਕਿੰਨੇ ਸਾਰੇ ਸਿੰਬਲਸ ਉਹਨੂੰ ਸ਼ੋ ਕਰਨੇ ਪੈਂਦੇ ਹਨ। ਉਹਨਾਂ ਸਿੰਬਲਸ ਨੂੰ ਕਹਿੰਦੇ ਨੇ ਨੈਸ਼ਨਲ ਸਿੰਬਲਸ, ਓਕੇ। ਹੁਣ ਤੁਸੀਂ ਕਹੋਗੇ ਨੈਸ਼ਨਲ ਸਿੰਬਲਸ ਕੀ ਹੁੰਦੇ ਨੇ? ਇਹ ਮੈਂ ਨਹੀਂ ਦੱਸਾਂਗਾ, ਕਿਉਂ? ਕਿਉਂਕਿ ਇਹੀ ਤਾਂ ਸਾਡਾ ਅੱਜ ਦਾ ਲੈਸਨ ਹੈ। ਸੋ ਆਓ ਪੜ੍ਹਨਾ ਸ਼ੁਰੂ ਕਰੀਏ। ਲੈਸਨ 5th, ਆਵਰ ਨੈਸ਼ਨਲ ਸਿੰਬਲਸ। Every independent country of the world has some national symbols of its own. ਦੁਨੀਆ ਦੇ ਹਰ ਆਜ਼ਾਦ ਦੇਸ਼ ਦੇ ਆਪਣੇ ਕੁਝ ਰਾਸ਼ਟਰੀ ਚਿੰਨ੍ਹ ਹੁੰਦੇ ਹਨ। These symbols inspire and unite its people. ਇਹ ਚਿੰਨ੍ਹ ਲੋਕਾਂ ਨੂੰ ਪ੍ਰੇਰਿਤ ਅਤੇ ਇਕੱਠਿਆਂ ਕਰਦੇ ਹਨ। They stand for the various cultural features and values of that nation. ਇਹ ਚਿੰਨ੍ਹ ਆਪਣੇ ਆਪ ਵਿੱਚ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਵਿਸ਼ੇਸ਼ਤਾਵਾਂ ਅਤੇ ਰਾਸ਼ਟਰੀ ਕਦਰਾਂ ਕੀਮਤਾਂ ਨਾਲ ਓਤ-ਪੋਤ ਹੁੰਦੇ ਹਨ, ਯਾਨੀ ਭਰੇ ਹੋਏ ਹੁੰਦੇ ਹਨ। These symbols play an important role in motivating the people of the nation to work together. ਇਹ ਰਾਸ਼ਟਰੀ ਚਿੰਨ੍ਹ ਲੋਕਾਂ ਨੂੰ ਇਕੱਠਿਆਂ ਕੰਮ ਕਰਨ ਲਈ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ। They constantly remind the people. ਉਹ ਲਗਾਤਾਰ ਲੋਕਾਂ ਨੂੰ ਯਾਦ ਕਰਾਉਂਦੇ ਹਨ। Constantly ਕੀ ਹੁੰਦਾ ਹੈ? ਲਗਾਤਾਰ। Of their great cultural and national values. ਉਹਨਾਂ ਨੂੰ ਉਹਨਾਂ ਦੇ ਮਹਾਨ ਸੱਭਿਆਚਾਰਕ ਅਤੇ ਰਾਸ਼ਟਰੀ ਕਦਰਾਂ ਕੀਮਤਾਂ ਪ੍ਰਤੀ। The national symbols of our country are. ਹੁਣ ਆਓ ਅਸੀਂ ਦੇਖੀਏ ਕਿ ਸਾਡੀ ਕੰਟਰੀ ਇੰਡੀਆ ਦੇ ਨੈਸ਼ਨਲ ਸਿੰਬਲਸ ਕਿਹੜੇ ਹਨ? ਰਾਸ਼ਟਰੀ ਚਿੰਨ੍ਹ।
ਸੋ ਫਸਟ ਹੈ ਆਵਰ ਨੈਸ਼ਨਲ ਫਲੈਗ, ਸਾਡਾ ਰਾਸ਼ਟਰੀ ਝੰਡਾ। ਸੈਕਿੰਡ, ਆਵਰ ਨੈਸ਼ਨਲ ਐਂਬਲਮ, ਸਾਡਾ ਰਾਜਸੀ ਚਿੰਨ੍ਹ। ਥਰਡ, ਆਵਰ ਨੈਸ਼ਨਲ ਐਂਥਮ, ਸਾਡਾ ਰਾਸ਼ਟਰੀ ਗਾਨ। ਆਵਰ ਨੈਸ਼ਨਲ ਸੌਂਗ, ਸਾਡਾ ਰਾਸ਼ਟਰੀ ਗੀਤ। ਆਵਰ ਨੈਸ਼ਨਲ ਐਨੀਮਲ, ਸਾਡਾ ਰਾਸ਼ਟਰੀ ਪਸ਼ੂ। ਆਵਰ ਨੈਸ਼ਨਲ ਬਰਡ, ਸਾਡਾ ਰਾਸ਼ਟਰੀ ਪੰਛੀ। ਆਵਰ ਨੈਸ਼ਨਲ ਫਲਾਵਰ, ਸਾਡਾ ਰਾਸ਼ਟਰੀ ਫੁੱਲ। ਸੋ ਆਓ ਇੱਕ ਇੱਕ ਕਰਕੇ ਆਪਾਂ ਦੇਖਦੇ ਹਾਂ ਇਹ ਸਾਰੇ ਕੀ ਹਨ। ਫਸਟ ਹੈ ਆਵਰ ਨੈਸ਼ਨਲ flag. Our national flag is called the Tiranga or the tricolor. ਸੋ ਇੱਥੇ ਸਾਡਾ ਫਸਟ ਕੁਐਸਚਨ ਕੰਪਲੀਟ ਹੋ ਗਿਆ। ਫਸਟ ਕੁਐਸਚਨ ਕੀ ਹੈ? ਨੇਮ ਦਾ ਵੇਰੀਅਸ ਨੈਸ਼ਨਲ ਸਿੰਬਲਸ ਆਫ ਆਵਰ ਕੰਟਰੀ। ਸੋ ਇਹ ਹਨ ਸਾਡੇ 7 ਨੈਸ਼ਨਲ ਸਿੰਬਲਸ। ਓਕੇ, ਸੋ ਇਹ ਸਾਡਾ ਫਸਟ ਕੁਐਸਚਨ ਕੰਪਲੀਟ ਹੋ ਗਿਆ। ਆ ਜਾਓ ਜੀ, ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਸਿੰਬਲਸ ਬਾਰੇ ਜਾਣਕਾਰੀ ਲੈਂਦੇ ਹਾਂ। ਫਸਟ, ਆਵਰ ਨੈਸ਼ਨਲ ਫਲੈਗ ਇਜ਼ ਕਾਲਡ ਦਾ ਤਿਰੰਗਾ ਔਰ ਦਾ ਟ੍ਰਾਈਕਲਰ। ਸਾਡਾ ਰਾਸ਼ਟਰੀ ਝੰਡਾ ਤਿਰੰਗਾ ਜਾਂ 3 ਰੰਗਾ ਕਹਿਲਾਂਦਾ ਹੈ। ਓਕੇ, ਟ੍ਰਾਈਕਲਰ ਯਾਨੀ 3 ਰੰਗ ਦਾ। ਇਟ ਹੈਜ਼ 3 ਕਲਰਸ। ਸੈਫਰਨ, ਸੈਫਰਨ ਕਿਹੜਾ ਹੁੰਦਾ? ਭਗਵਾਂ ਯਾਨੀ ਕੇਸਰੀ। ਵਾਈਟ ਐਂਡ ਗ੍ਰੀਨ, ਕੇਸਰੀ, ਚਿੱਟਾ ਤੇ ਹਰਾ। ਲੋ ਜੀ, ਇਹ ਸਾਡਾ ਹੁਣ ਸੈਕਿੰਡ ਕੁਐਸਚਨ ਵੀ ਕੰਪਲੀਟ ਹੋ ਗਿਆ। ਸੈਕਿੰਡ ਕੁਐਸਚਨ ਕੀ ਹੈ? ਵਾਟ ਆਰ ਦਾ ਡਿਫਰੈਂਟ ਕਲਰਸ in our national flag? तो जवाब क्या होगा? It has 3 colors, saffron, white and green. The saffron is at the top. केसरी रंग सब तो ऊपर है। The green is at the bottom. हरा रंग सब तो थल्ले है। Between the saffron and the green there is the white color. केसरी अते हरे रंग दे विचकार सफेद रंग है। In the middle of the white part there is a navy blue wheel with 24 spokes. ਉਸ ਸਫੇਦ ਹਿੱਸੇ ਦੇ ਵਿਚਕਾਰ ਇੱਕ ਨੇਵੀ ਬਲੂ ਕਲਰ ਦਾ ਚੱਕਰ ਹੈ ਜਿਸ ਦੀਆਂ ਕਿ 24 ਡੰਡੀਆਂ ਹਨ। We call it the ਅਸ਼ੋਕ ਚੱਕਰ। ਅਸੀਂ ਇਸ ਨੂੰ ਅਸ਼ੋਕ ਚੱਕਰ ਕਹਿ ਕੇ ਬੁਲਾਉਂਦੇ ਹਾਂ। The saffron color of our flag stands for courage and sacrifice. ਸਾਡੇ ਝੰਡੇ ਦਾ ਕੇਸਰੀ ਰੰਗ ਸਾਹਸ ਅਤੇ ਬਲੀਦਾਨ ਦਾ ਪ੍ਰਤੀਕ ਹੈ। ਲੋ ਜੀ, ਇੱਥੇ ਆਪਣਾ ਥਰਡ ਕੁਐਸਚਨ ਵੀ ਹੋ ਗਿਆ ਕਿ what is the saffron color in our flag a symbol of? ਸੋ ਇਹਦਾ ਜਵਾਬ ਤੁਸੀਂ ਇਹੀ ਲਿਖ ਸਕਦੇ ਹੋ ਜੋ ਆਪਾਂ ਹੁਣ ਪੜਿਆ ਹੈ। The saffron color of our flag stands for courage and sacrifice. The white color stands for truth and peace. ਸਫੇਦ ਰੰਗ ਸੱਚਾਈ ਅਤੇ ਸ਼ਾਂਤੀ ਦਾ ਪ੍ਰਤੀਕ ਹੈ। The green stands for fertility and prosperity. ਹਰਾ ਰੰਗ ਉਪਜਾਊਪਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। The wheel stands for peaceful change. ਤੇ ਇਸ ਵਿੱਚ ਲੱਗਿਆ ਚੱਕਰ ਸ਼ਾਂਤਮਈ ਬਦਲਾਵ ਦਾ ਪ੍ਰਤੀਕ ਹੈ। It is a symbol of our ancient culture also. ਇਹ ਸਾਡੇ ਪੁਰਾਤਨ ਸੱਭਿਆਚਾਰ ਦਾ ਪ੍ਰਤੀਕ ਵੀ ਹੈ। Thus, ਇਸ ਤਰ੍ਹਾਂ our tricolor is a symbol of peace, progress and hope for the future. ਇਸ ਤਰ੍ਹਾਂ ਸਾਡਾ ਤਿਰੰਗਾ ਸ਼ਾਂਤੀ, ਖੁਸ਼ਹਾਲੀ ਅਤੇ ਭਵਿੱਖ ਲਈ ਆਸਵੰਦ ਰਹਿਣ ਦਾ ਪ੍ਰਤੀਕ ਹੈ। It fills us with pride. ਇਹ ਸਾਨੂੰ ਮਾਣ ਨਾਲ ਭਰ ਦਿੰਦਾ ਹੈ। It reminds us of the great sacrifices of those who got us our freedom. ਸਾਨੂੰ ਜਿਨ੍ਹਾਂ ਨੇ ਆਜ਼ਾਦੀ ਦਿਵਾਈ। ਇਹ ਝੰਡਾ ਸਾਨੂੰ ਉਹਨਾਂ ਦੇ ਮਹਾਨ ਬਲੀਦਾਨਾਂ ਦੀ ਯਾਦ ਦਿਵਾਉਂਦਾ ਹੈ। We salute our national flag. ਅਸੀਂ ਆਪਣੇ ਰਾਸ਼ਟਰੀ ਝੰਡੇ ਨੂੰ ਸਲੂਟ ਕਰਦੇ ਹਾਂ। We salute our great freedom fighters. ਅਸੀਂ ਆਪਣੇ ਮਹਾਨ ਆਜ਼ਾਦੀ ਦੇ ਘੁਲਾਟੀਆਂ ਨੂੰ ਵੀ ਸੈਲੂਟ ਕਰਦੇ ਹਾਂ। ਹਾਂਜੀ, ਸੈਕਿੰਡ, ਆਵਰ ਨੈਸ਼ਨਲ ਐਂਬਲਮ ਇਜ਼ ਅ ਰੈਪਲੀਕਾ। ਰੈਪਲੀਕਾ ਕੀ ਹੁੰਦਾ? ਅ ਵੈਰੀ ਗ੍ਰੇਟ ਐਂਡ ਐਗਜ਼ੈਕਟ ਕਾਪੀ, ਕਿ ਜੋ ਅਸੀਂ ਕਿਸੇ ਤੋਂ ਡਿਰਾਈਵ ਕੀਤਾ ਹੋਵੇ। ਡਿਰਾਈਵ ਕੀ ਹੁੰਦਾ? ਕਿਸੇ ਤੋਂ ਲਿਆ ਹੋਵੇ, ਉਹ ਵਿਚਾਰ ਲਿਆ ਹੋਵੇ ਜਾਂ ਕੋਈ ਚੀਜ਼ ਲਈ ਹੋਵੇ, ਉਹਨੂੰ ਕਹਿੰਦੇ ਡਿਰਾਈਵ ਕਰਨਾ। ਆਵਰ ਨੈਸ਼ਨਲ ਐਂਬਲਮ ਇਜ਼ ਅ ਰੈਪਲੀਕਾ। ਰੈਪਲੀਕਾ ਕੀ ਹੁੰਦਾ? ਕਾਪੀ ਆਫ ਦਾ ਕੈਪੀਟਲ। ਕੈਪੀਟਲ ਹੁੰਦਾ ਹੈਡ ਯਾਨੀ ਸਿਰ। ਓਕੇ, ਟੋਪ। ਕਿਸ ਦਾ ਸਿਰ?
of Ashoka's pillar ਐਟ ਸਾਰਨਾਥ। ਸਾਰਨਾਥ ਇੱਕ ਜਗ੍ਹਾ ਦਾ ਨਾਮ ਹੈ, ਉੱਥੇ ਅਸ਼ੋਕਾ ਦਾ ਪਿੱਲਰ ਲੱਗਿਆ ਹੋਇਆ, ਯਾਨੀ ਅਸ਼ੋਕ ਇੱਕ ਰਾਜਾ ਸੀ, ਉਸ ਰਾਜੇ ਦੀ ਯਾਦ ਵਿੱਚ ਉੱਥੇ ਇੱਕ ਪਿੱਲਰ ਲੱਗਿਆ ਤੇ ਪਿੱਲਰ ਦੇ ਸਭ ਤੋਂ ਉੱਪਰ ਸਿਰ ਹੈ, ਉਸੇ ਸਿਰ ਨੂੰ ਹੀ ਸਾਡਾ ਰਾਜਸੀ ਚਿੰਨ੍ਹ ਘੋਸ਼ਿਤ ਕੀਤਾ ਗਿਆ। ਇਟ ਵਾਜ਼ ਐਟ ਸਾਰਨਾਥ that Lord Buddha delivered his first sermon after his enlightenment। ਇਹ ਸਾਰਨਾਥ ਵਿੱਚ ਹੀ ਸੀ ਜਿੱਥੇ ਭਗਵਾਨ ਬੁੱਧ ਨੇ ਸੱਚ ਦੀ ਪ੍ਰਾਪਤੀ ਤੋਂ ਬਾਅਦ ਆਪਣਾ ਪਹਿਲਾ ਧਾਰਮਿਕ ਉਪਦੇਸ਼ ਦਿੱਤਾ ਸੀ। Our national emblem has two parts। ਸਾਡੇ ਰਾਜਸੀ ਚਿੰਨ੍ਹ ਦੇ ਦੋ ਅੰਗ ਹਨ, the top and the base। ਇੱਕ ਹੈ ਟੋਪ ਤੇ ਦੂਜਾ ਕੀ ਹੈ, ਆਧਾਰ ਯਾਨੀ ਹੇਠਲਾ ਹਿੱਸਾ। The top has 4 lions। ਉੱਪਰਲੇ ਹਿੱਸੇ 'ਚ 4 ਸ਼ੇਰ ਹਨ, ਸਿਟਿੰਗ ਬੈਕ ਟੂ ਬੈਕ, ਜੋ ਕਿ ਇੱਕ ਦੂਜੇ ਦੇ ਪਿੱਛੇ ਬੈਠੇ ਹਨ, with their faces in different directions। ਉਹਨਾਂ ਦੇ ਫੇਸ ਅਲੱਗ-ਅਲੱਗ ਦਿਸ਼ਾਵਾਂ ਵੱਲ ਹਨ। The base has a horse on the left। ਉਸ ਦੇ ਬੇਸ ਵਿੱਚ ਖੱਬੇ ਹੱਥ ਇੱਕ ਘੋੜਾ ਹੈ, a wheel in the middle, ਤੇ ਉਸ ਦੇ ਮਿਡਲ ਵਿੱਚ ਇੱਕ ਚੱਕਰ ਹੈ, ਐਂਡ ਅ ਬੁੱਲ ਔਨ ਦਾ ਰਾਈਟ, ਅਤੇ ਸੱਜੇ ਹੱਥ ਇੱਕ ਸਾਂਡ ਹੈ, ਬੁੱਲ ਹੈ। ਬਿਲੋ ਥੀਜ਼ 3 ਫਿਗਰਸ, ਇਹਨਾਂ 3 ਆਕ੍ਰਿਤੀਆਂ ਦੇ ਨੀਚੇ ਦ ਵਰਡਸ ਸਤਯਮੇਵ ਜਯਤੇ, ਮਤਲਬ ਟਰੁਥ ਅਲੋਨ ਟ੍ਰਾਇੰਫਸ, ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਆਰ ਇਨਸਕ੍ਰਾਈਬਡ। ਇਨਸਕ੍ਰਾਈਬਡ ਹੁੰਦਾ ਉਕਰਿਆ ਹੋਇਆ ਹੈ, ਠੀਕ ਹੈ। ਸੋ ਕੀ ਨੀਚੇ ਲਿਖਿਆ ਹੋਇਆ ਉੱਥੇ, ਸਤਯਮੇਵ ਜਯਤੇ। ਇਹ ਸਾਡਾ ਕਿਹੜਾ ਹੋ ਗਿਆ, ਅਗਲਾ ਕੁਐਸਚਨ। ਸੋ ਕੁਐਸਚਨ 4 ਹੈ, what is written on the base of our national emblem। ਸੋ ਆਪਾਂ ਕੀ ਲਿਖਾਂਗੇ, ਸਤਯਮੇਵ ਜਯਤੇ is written on the base of our national emblem। Our national emblem is also the seal of the government of India। ਸਾਡੇ ਦੇਸ਼ ਦੀ ਸਰਕਾਰ ਦੀ ਮੋਹਰ ਵੀ ਇਸੇ ਹੀ ਚਿੰਨ੍ਹ ਵਾਲੀ ਹੈ। We have it on all our currency। ਇਹ ਚਿੰਨ੍ਹ ਹੋਰ ਕਿੱਥੇ ਹੈ, ਇਹ ਸਾਡੇ ਕਰੰਸੀ ਨੋਟਸ ਉੱਤੇ ਵੀ ਹੈ। ਹੋਰ ਕਿੱਥੇ ਹੈ, ਸਟੈਂਪ ਪੇਪਰਸ, ਮਤਲਬ ਅਸਟਾਮਾਂ ਦੇ ਉੱਤੇ। ਰੈਵਨਿਊ ਸਟੈਂਪਸ, ਜਿਹੜੀਆਂ ਛੋਟੀਆਂ ਸਟੈਂਪਸ ਹੁੰਦੀਆਂ ਨਾ, ਉਹਨਾਂ ਨੂੰ ਕਹਿੰਦੇ ਨੇ ਰੈਵਨਿਊ ਸਟੈਂਪਸ, ਉਹਨਾਂ ਦੇ ਉੱਪਰ ਵੀ ਬਣੀ ਹੋਈ ਹੈ। ਓਫੀਸ਼ੀਅਲ ਡਾਕੂਮੈਂਟਸ, ਤੇ ਜਿਹੜੇ ਸਰਕਾਰੀ ਡਾਕੂਮੈਂਟਸ ਹੁੰਦੇ ਨੇ ਉਹਨਾਂ ਉੱਪਰ ਵੀ ਇਹ ਚਿੰਨ੍ਹ ਹੁੰਦਾ ਹੈ। ਐਂਡ ਆਲ ਓਫੀਸ਼ੀਅਲ ਪਬਲੀਕੇਸ਼ਨਸ, ਤੇ ਜਿੰਨੀਆਂ ਵੀ ਸਰਕਾਰੀ ਪ੍ਰਕਾਸ਼ਨਾਂ ਯਾਨੀ ਕਿਤਾਬਾਂ ਛਪਦੀਆਂ ਹਨ ਜਾਂ ਕੋਈ ਵੀ ਚੀਜ਼ ਛਪਦੀ ਹੈ, ਉਸ ਉੱਤੇ ਵੀ ਇਸ ਨੈਸ਼ਨਲ ਐਂਬਲਮ ਦੀ ਹੋਂਦ ਹੁੰਦੀ ਹੈ। ਇਟ ਵਾਜ਼ ਅਡਾਪਟਡ ਬਾਏ ਦਾ ਗਵਰਨਮੈਂਟ ਆਫ ਇੰਡੀਆ ਔਨ 26 ਜਨਵਰੀ 1950। ਇਹ ਭਾਰਤ ਸਰਕਾਰ ਦੁਆਰਾ 26 ਜਨਵਰੀ 1950 ਨੂੰ ਧਾਰਨ ਕੀਤਾ ਗਿਆ। 12th, what is the seal of the government of India? First question। second ਕੀ ਹੈ, what is it used for? ਪਹਿਲਾਂ ਤਾਂ ਦੱਸਣਾ ਹੈ ਕਿ ਗਵਰਨਮੈਂਟ ਆਫ ਇੰਡੀਆ ਦੀ ਮੋਹਰ ਕਿਹੜੀ ਹੈ, ਫਿਰ ਦੱਸਣਾ ਕਿ ਉਹ ਕਿੱਥੇ ਵਰਤੀ ਜਾਂਦੀ ਹੈ। ਓਕੇ, ਸੋ ਇਸੇ ਹੀ ਪਹਿਰੇ ਦੀਆਂ ਆਪਾਂ ਲਾਸਟ ਜਿਹੜੀਆਂ 4 ਲਾਈਨਾਂ ਨੇ ਉਹ ਪੜਾਂਗੇ। Our national emblem is also the seal of the government of India। We have it on all our currency, stamp papers, revenue stamps, official documents and all official publications। ਸੋ ਇੱਥੇ ਤੱਕ ਤੁਸੀਂ ਇਹਦਾ ਜਵਾਬ ਕਰ ਸਕਦੇ ਹੋ।